ਅੱਜ ਕੱਲ੍ਹ ਨਾ ਟ੍ਰੈਂਡ ਇੱਕ ਚੱਲ ਗਿਆ ਲਿਵ ਇਨ ਦੇ ਵਿੱਚ ਰਹਿਣ ਦਾ। ਕੀ ਸਾਡੇ ਕੋਲ ਕਾਨੂੰਨੀ ਅਧਿਕਾਰ ਹੈ ਕਿ ਬਿਨਾਂ ਵਿਆਹ ਕਰਵਾਏ ਇੱਕ ਕੁੜੀ ਮੁੰਡਾ ਲਿਵ ਇਨ ਦੇ ਵਿੱਚ ਰਹਿ ਸਕਦਾ ਹੈ? ਬਿਲਕੁਲ, ਜੇ ਉਹ 18 ਸਾਲ ਤੋਂ ਉੱਪਰ ਨੇ, ਬੋਥ ਆਰ ਮੇਜਰ, ਤਾਂ ਉਹ ਰਹਿ ਸਕਦੇ ਨੇ ਲਿਵ ਇਨ ਦੇ ਵਿੱਚ। ਇਹ ਮੈਮ ਬਹੁਤ ਵਾਸਟ ਟੌਪਿਕ ਹੈਗਾ ਆ ਲਿਵ ਇਨ ਦਾ। ਵਾਈਲ ਵੀ ਟਾਕ ਕਿ ਲਿਵ ਇਨ 'ਚ ਰਹਿਣਾ ਜਾਇਜ਼ ਹੈ ਜਾਂ ਨਹੀਂ ਹੈ, ਅੱਜ ਕੱਲ੍ਹ ਅਦਾਲਤਾਂ ਲਿਵ ਇਨ ਰਿਲੇਸ਼ਨਸ਼ਿਪਸ ਨੂੰ ਜਾਇਜ਼ ਰਿਲੇਸ਼ਨਸ਼ਿਪ ਮੰਨ ਰਹੀਆਂ। ਅਧਿਕਾਰ ਹੈ ਸਾਡੇ ਕੋਲ, ਰਾਈਟ ਹੈ, ਸੀਰੀਅਸ ਬਿਲਕੁਲ ਹੈ, ਪਰ ਇਸ ਅਧਿਕਾਰ ਦੇ ਪਿੱਛੇ ਵੀ ਇੱਕ ਪਿਕਚਰ ਹੈ। ਕਿਆ ਤੁਸੀਂ ਵਿਆਹੇ ਹੋਏ ਹੋ? ਇੱਕ ਮੈਰਿਡ ਪਰਸਨ ਕਿਸੇ ਸੈਕੰਡ ਲੇਡੀ ਦੇ ਨਾਲ ਵਿਦਆਊਟ ਮੈਰਿਜ ਰਹਿ ਰਿਹਾ ਹੈ, ਉਹ ਕਿਸੇ ਉਹਦੀ ਐਕਚੁਅਲ ਵਾਈਫ ਦਾ ਰਾਈਟ ਵਾਇਲੇਟ ਕਰ ਰਿਹਾ ਹੈ, ਪਰ ਫਿਰ ਵੀ ਗੈਰ ਕਾਨੂੰਨੀ ਹੈ। ਐਕਸਟਰਾ ਮੈਰਿਟਲ ਅਫੇਅਰ ਇੱਕ ਸੈਪਰੇਟ ਕੰਸੈਪਟ ਹੈ, ਲਿਵ ਇਨ ਰਿਲੇਸ਼ਨ ਇੱਕ ਸੈਪਰੇਟ ਕੰਸੈਪਟ ਹੈ। ਲਿਵ ਇਨ ਦੇ ਵਿੱਚ ਰਹਿਣਾ ਇਟਸ ਲੀਗਲ। ਲਿਵ ਇਨ 'ਚੋਂ ਬੱਚੇ ਜਿਹੜੇ ਪੈਦਾ ਹੋ ਰਹੇ ਨੇ ਉਹ ਵੀ ਲੈਜਿਟੀਮੇਟ ਚਿਲਡਰਨ ਕਾਊਂਟ ਕਰ ਰਹੀ ਹੈ ਕੋਰਟ। ਲੈਜਿਟੀਮੇਟ ਚਿਲਡਰਨ ਵਾਲਾ ਹੀ ਰਾਈਟ ਉਹਨੂੰ ਦਿੱਤਾ ਜਾ ਰਿਹਾ ਹੈ। ਇਹ ਬਹੁਤ ਵਾਸਟ ਕੰਸੈਪਟ ਹੈਗਾ ਆ। ਬਟ ਆਈ ਥਿੰਕ ਇਹ ਤਾਂ ਲੀਗਲ ਇਸ਼ੂ ਹੋ ਗਿਆ ਕਿਤੇ ਨਾ ਕਿਤੇ। ਸੋਸ਼ਲੀ ਐਂਡ ਮੋਰਲੀ ਇਨ ਦੀ ਕਾਈਂਡ ਆਫ ਸੋਸਾਇਟੀ ਜਿਹੜੀ ਅਪਬ੍ਰਿੰਗਿੰਗ ਸਾਨੂੰ ਮਿਲੀ ਹੈ ਜਾਂ ਅਸੀਂ ਆਪਣੇ ਬੱਚਿਆਂ ਨੂੰ ਆਉਣ ਵਾਲੇ ਸਮੇਂ ਦੇਣਾ ਚਾਹੁੰਦੇ ਹਾਂ, ਆਰ ਵੀ ਪਰਮਿਟਿੰਗ ਲਿਵ ਇਨ, ਆਰ ਵੀ ਕਿਆ ਅਸੀਂ ਉਸ ਕਲਚਰ ਨੂੰ ਫਲਰਿਸ਼ ਕਰਨ ਦੀ ਇਜਾਜ਼ਤ ਦੇ ਰਹੇ? ਕੋਰਟਸ ਤੇ ਲੀਗਲੀ ਉਹਨੂੰ ਦੇਖ ਰਹੀਆਂ ਐਜ਼ ਪਰ ਦੀ ਜਜਮੈਂਟ ਵਿਚ ਇਜ਼ ਅ ਪ੍ਰੈਸੀਡੈਂਟ ਸੈਟ ਬਾय ਦੀ ਆਨਰੇਬਲ ਸੁਪਰੀਮ ਕੋਰਟ ਔਰ ਸਮ ਅਦਰ ਹਾਈ ਕੋਰਟਸ। ਸਰ, ਇਹਨੂੰ ਇਜਾਜ਼ਤ ਦੇਣਾ ਇਜ਼ ਨਾਟ ਅ ਚੋਇਸ, ਪਰ ਇਹ ਮਜਬੂਰੀ ਬਣ ਚੁੱਕੀ ਹੈ। ਬਿਕੋਜ਼ ਸਾਡੀ ਸੋਸਾਇਟੀ ਟ੍ਰੈਡੀਸ਼ਨਸ ਤੋਂ ਜ਼ਿਆਦਾ ਪੀਪਲ ਆਰ ਇਨਫਲੂਐਂਸਡ ਵਿਦ ਵੈਸਟਰਨ ਕਲਚਰ। ਵੈਸਟਰਨ ਕਲਚਰ ਦੇ ਵਿੱਚ ਜਾਂਦੇ ਜਾਂਦੇ ਪੀਪਲ ਆਰ ਫੋਰਗੇਟਿੰਗ। ਯੈਸ, ਸਾਡਾ ਸੋਸ਼ਲ ਫੈਬਰਿਕ ਤਾਂ ਖਰਾਬ ਹੋ ਰਿਹਾ ਹੈ ਲਿਵ ਇਨ ਰਿਲੇਸ਼ਨਸ਼ਿਪਸ ਨਾਲ, ਬਟ ਇਹ ਵੀ ਮੈਂਡੇਟਰੀ ਹੋ ਗਿਆ ਵੀ ਸੋਸਾਇਟੀ ਦੇ ਵਿੱਚ ਉਥਲ ਪੁਥਲ ਇੰਨੀ ਜ਼ਿਆਦਾ ਨਾ ਹੋ ਜਾਏ ਵੀ ਜਿਹੜੀ ਬਾਅਦ ਚੋਂ ਕੰਟਰੋਲ ਨਾ ਹੋਵੇ। ਸੋ ਐਜ਼ ਅ ਕੰਟਰੋਲ ਮੈਜਰ ਲਿਵ ਇਨ ਰਿਲੇਸ਼ਨਸ਼ਿਪਸ ਨੂੰ ਇੱਕ ਵੈਲਿਊ ਦੇਣੀ ਸ਼ੁਰੂ ਕਰ ਦਿੱਤੀ ਹੈ। ਬਿਕੋਜ਼ ਇਨ ਐਬਸੈਂਸ ਆਫ ਸੱਚ ਕ੍ਰਾਈਮ ਐਂਡ ਇੰਬੈਲੈਂਸ ਇਨ ਸੋਸਾਇਟੀ ਇੰਨਾ ਕੁ ਜ਼ਿਆਦਾ ਹੋ ਜਾਏਗਾ ਵੀ ਉਹਨੂੰ ਮੇਨਟੇਨ ਕਰਨਾ ਕੋਰਟਸ ਵਾਸਤੇ ਬਾਏ ਐਨੀ ਮੀਨਸ ਆਫ ਲਾਅ ਡਿਫਿਕਲਟ ਹੋ ਜਾਏਗਾ। ਬਟ ਮੈਮ ਉਹਨਾਂ ਦੇ ਜੇ ਬੋਥ ਆਰ ਮੇਜਰ ਤਾਂ ਉਹਨਾਂ ਦੇ ਰਾਈਟਸ ਹੈ, ਉਹ ਆਪਣੀ ਮਰਜ਼ੀ ਨਾਲ ਰਹਿ ਸਕਦੇ ਹਨ ਇਹਦੇ ਵਿੱਚ। ਬਟ ਮੈਂ ਰਿਕਮੈਂਡੇਸ਼ਨ ਵੀ ਤੁਸੀਂ ਕੰਪਾਈਲ ਕਰ ਸਕਦੇ ਹੋ ਹਾਈ ਕੋਰਟ 'ਚ ਫॉर ਸੀਕਿੰਗ। ਆਪਣਾ ਇੰਡੀਅਨ ਕਲਚਰ ਲਿਵ ਇਨ ਨੂੰ ਅਲਾਉ ਨਹੀਂ ਕਰਦਾ। ਮੋਰਲੀ ਇਟ ਇਜ਼ ਨਾਟ ਕਰੈਕਟ, ਬਟ ਕੋਈ ਆਫੈਂਸ ਨਹੀਂ ਹੈ, ਕੋਈ ਲਾਅ ਵਾਇਲੇਟ ਨਹੀਂ ਹੋ ਰਿਹਾ, ਤੁਸੀਂ ਰੋਕ ਨਹੀਂ ਸਕਦੇ ਹੋ। ਇਫ ਟੂ ਮੇਜਰ ਪਰਸਨਸ ਆਰ ਹੈਵਿੰਗ ਅੰਡਰਸਟੈਂਡਿੰਗ, ਦੇ ਆਰ ਲਿਵਿੰਗ ਟੁਗੇਦਰ, ਤੁਸੀਂ ਰੋਕ ਵੀ ਨਹੀਂ ਸਕਦੇ ਹੋ। ਅਸੀਂ ਰੋਕ ਨਹੀਂ ਸਕਦੇ ਹਾਂ, ਪਰ ਉਹੀ ਗੱਲ ਆ ਜਾਂਦੀ ਹੈ ਕਿ ਜਿਹੜਾ ਸਾਡਾ ਸੋਸਾਇਟੀ ਹੈ, ਸਾਡੀ ਸੋਸਾਇਟੀ, ਅਸੀਂ ਇੰਡੀਅਨ ਸੋਸਾਇਟੀ ਦੇ ਵਿੱਚ ਇੰਡੀਅਨ ਸੋਸਾਇਟੀ ਨੂੰ ਬਿਲੋਂਗ ਕਰਦੇ ਹਾਂ। ਇੰਡੀਅਨ ਸੋਸਾਇਟੀ ਦਾ ਕਲਚਰ ਹੈ ਹੀ ਨਹੀਂ ਐਕਚੁਅਲੀ, ਇੱਕ ਵੈਸਟਰਨ ਕਲਚਰ ਹੈ। ਵੈਸਟਰਨ ਕਲਚਰ ਨੂੰ ਇੰਡੀਅਨਸ, ਜਿਵੇਂ ਮੈਂ ਕਹਿਣਾ, ਆਈ ਡੋਂਟ ਥਿੰਕ ਸੋ ਕਿ ਇਹ ਕਹਿਣਾ ਚਾਹੀਦਾ ਜਾਂ ਨਹੀਂ, ਪਰ ਕਾਪੀ ਕਰ ਰਹੇ ਇੱਕ ਤਰ੍ਹਾਂ ਦਾ। ਉੱਥੇ ਕਲਚਰ ਹੈ, ਇੱਥੇ ਆਪਣੇ ਕਲਚਰ ਇਹ ਨਹੀਂ ਹੈ। ਇਹ ਕਿੱਧਰ ਨੂੰ ਜਾ ਕੇ ਬੱਚਿਆਂ ਨੂੰ ਅੱਗੇ ਫਿਊਚਰ ਜਨਰੇਸ਼ਨ ਨੂੰ ਕਿੱਧਰ ਲੈ ਕੇ ਜਾਓਗੇ, ਵੀ ਨੈਵਰ ਨੋ। ਇੱਕ ਠੀਕ ਹੈ, ਲੀਗਲੀ ਵੀ ਕੈਨ ਸੇ ਕਿ ਸਾਡੇ ਰਾਈਟਸ ਨੇ, ਅਸੀਂ ਉਹਨਾਂ ਲਈ ਹੱਕ ਹੈ ਜੀ ਸਾਡਾ, ਵੀ ਆਰ ਮੇਜਰ, ਵੀ ਕੈਨ ਲਿਵ ਟੁਗੇਦਰ। ਬਟ ਵਿਦ increasing rate of divorce, yes, it is better to allow live in relationships where people can actually live in a peaceful atmosphere, you are right to one extent, not create a ruckus in the society. You are right to one extent, but I have a little bit of different opinion. We are living in a society ਜਿੱਥੇ ਜੇ ਪੇਰੈਂਟਸ ਲਿਵ ਇਨ ਨੂੰ ਮਨਾ ਕਰਦੇ ਆ, ਜਦੋਂ ਅਸੀਂ 18 ਸਾਲ ਤੋਂ ਉੱਪਰ ਦੀ ਗੱਲ ਆਉਂਦੇ ਆ ਨਾ, ਜਦੋਂ ਪੇਰੈਂਟਸ ਲਿਵ ਇਨ ਨੂੰ ਮਨਾ ਕਰਦੇ ਆ ਤਾਂ ਉਹਨਾਂ ਨੂੰ ਇਹ ਤੋਹਮਤ ਲਗਾਤੀ ਜਾਂਦੀ ਹੈ ਜੀ ਇਹ ਤੇ ਬੜੀ ਕੰਜ਼ਰਵੇਟਿਵ ਔਰ ਬੜੀ ਤੁਹਾਡੀ ਆਬਸੋਲੀਟ ਸੋਚ ਹੈਗੀ ਹੈ। ਬਟ ਐਟ ਦ ਸੇਮ ਟਾਈਮ ਜਦੋਂ ਪੇਰੈਂਟਸ ਗਾਈਡ ਕਰਦੇ ਆ ਕਿ ਕਿਆ ਉਹ ਚੀਜ਼ ਤੁਹਾਡੇ ਬੈਨੀਫਿਟ ਲਈ ਹੈ ਜਾਂ ਲਾਸ ਲਈ ਹੈ, ਦੈਟ ਇਜ਼ ਟੂ ਬੀ ਸੀਨ ਵਿਦ ਦ ਪੈਸੇਜ ਆਫ ਟਾਈਮ। ਇਟ ਇਜ਼ ਨਾਟ ਦੈਟ ਲਿਵ ਇਨ ਰਿਲੇਸ਼ਨਸ਼ਿਪਸ ਆਰ ਆਲ ਸਕਸੈਸਫੁਲ। ਜਿਸ ਤਰ੍ਹਾਂ ਕਿ ਮੈਡਮ ਨੇ ਕਿਹਾ ਵੈਸਟਰਨ ਕੰਟਰੀ ਦਾ ਇੱਕ ਕਲਚਰ ਹੈਗਾ, ਉਹਨੂੰ ਮੈਟਰੋ ਸਿਟੀਜ਼ 'ਚ ਪਹਿਲੇ ਅਡੋਪਟ ਕੀਤਾ, ਹੁਣ ਸਲੋਲੀ ਐਂਡ ਸਟੈਡੀਲੀ ਇਟ ਇਜ਼ ਨਾਓ ਉਹ ਹਰ ਸਿਟੀ 'ਚ ਇੰਟਰੂਡ ਕਰ ਰਿਹਾ। ਉਹ ਕਿੱਥੇ ਤੱਕ ਜਾਏਗਾ, ਉਹਦੇ ਕਿਆ ਆਫਟਰ ਇਫੈਕਟਸ ਹੈਗੇ ਹੈ, ਦੈਟ ਆਈ ਥਿੰਕ ਵਿਦ ਦ ਪੈਸੇਜ ਆਫ ਟਾਈਮ ਐਵਰੀਬਡੀ ਵਿਲ ਕਮ ਟੂ ਨੋ। ਬਟ ਟੂ ਮਾਈ ਅੰਡਰਸਟੈਂਡਿੰਗ ਆਈ ਥਿੰਕ ਦਿਸ ਇਜ਼ ਅ ਸਿਸਟਮ ਵਿਚ ਇਜ਼ wrongly being unnecessarily highlighted and popularized in India through this kind of social media things also. Actually problem क्या है, आज दी जनरेशन ना मॉडर्नाइजेशन ते वेस्टर्नाइजेशन च कंफ्यूज है। Very correct. ਉਹ ਵੈਸਟਰਨਾਈਜੇਸ਼ਨ ਨੂੰ ਮੋਡਰਨਾਈਜੇਸ਼ਨ ਸਮਝ ਰਹੀ ਹੈ। ਬਿਕੋਜ਼ ਵੀ ਆਰ ਸਟਕ ਇਨ ਦ ਮਿਡਲ। ਸਾਨੂੰ ਨਾ ਤਾਂ ਟ੍ਰੈਡੀਸ਼ਨਸ ਵੱਲ ਜਾ ਪਾ ਰਹੇ ਹਾਂ, ਨਾ ਅਸੀਂ ਟੋਟਲ ਵੈਸਟਰਨ ਹੋ ਪਾ ਰਹੇ ਹਾਂ। ਸੋ ਇਨ ਆਰਡਰ ਟੂ ਕਰਬ ਦੀ ਰਿਵੈਂਜ or the urge to take revenge from the other party when we are not succeeding in relationship, this is the reason why the courts are now considering
legitimating live-in relationship, legitimating their children, so that ਕੱਲ ਨੂੰ future ਚ ਅੱਜ maybe that couple is not in a very strong mental state to decide what is right and wrong for them, but tomorrow the child will have to bear the repercussions. So that is the reason at least ਉਹ ਬੱਚਾ ਤਾਂ secure ਹੋ ਜੇ, tomorrow that child does not grow up with a grudge against their society. ਕਾਨੂੰਨ ਸਾਨੂੰ ਅਧਿਕਾਰ ਦਿੰਦਾ ਕਿ ਅਸੀਂ ਰਹਿ ਸਕਦੇ ਹਾਂ। ਕਾਨੂੰਨ ਅਧਿਕਾਰ ਨਹੀਂ ਦੇ ਰਿਹਾ, ਪਰ ਕਾਨੂੰਨ ਤੁਹਾਨੂੰ ਰੋਕ ਵੀ ਨਹੀਂ ਰਿਹਾ। ਅਗਰ ਤੁਹਾਨੂੰ ਆਈ ਥਿੰਕ ਦਿਸ ਸ਼ੁੱਡ ਬੀ ਪੁੱਟ ਇਨ ਬੈਟਰ ਵੇ। ਲਿਵ ਇਨ ਰਿਲੇਸ਼ਨਸ਼ਿਪ ਜਿਹੜਾ ਹੈਗਾ ਉਹ ਕਿਤੇ ਨਾ ਕਿਤੇ ਕਾਨੂੰਨੀ ਅਧਿਕਾਰ ਦੇ ਤੌਰ ਤੇ ਨਹੀਂ, ਬਟ ਜੇ ਦੋ ਲੋਕ ਆਪਣੀ ਮਰਜ਼ੀ ਦੇ ਨਾਲ ਉਸ ਇੱਕ ਜਗ੍ਹਾ ਤੇ ਰਹਿ ਰਹੇ ਹੈ, ਆਈ ਥਿੰਕ ਦੈਨ ਐਂਡ ਸਪੈਸੀਫਿਕਲੀ ਟੂ ਐਡਲਟਸ ਆਈ ਵੁੱਡ ਯੂਜ਼ ਦਾ ਵਰਡ, ਆਪਣੀ ਮਰਜ਼ੀ ਨਾਲ ਕੰਸੈਂਟਿੰਗ ਐਡਲਟਸ ਆਪਣੀ ਮਰਜ਼ੀ ਨਾਲ ਉੱਥੇ ਰਹਿ ਰਹੇ ਹੈ। ਆਈ ਡੋਂਟ ਥਿੰਕ ਦੈਟ ਐਨੀਬਡੀ ਹੈਜ਼ ਅ ਰਾਈਟ ਟੂ ਇੰਟਰਫੇਅਰ ਇਨ देयर ਲਾਈਫ ਟੂ ਦਿਸ ਐਕਸਟੈਂਟ ਇਟ ਇਜ਼ ਰਾਈਟ, ਬਟ ਆਈ ਡੋਂਟ ਥਿੰਕ ਕਿ ਕੋਈ ਇੱਕ ਜਜਮੈਂਟ ਸੁਪਰੀਮ ਕੋਰਟ ਨੇ ਆਲਰੇਡੀ ਦਿੱਤੀਆਂ ਹੋਈਆਂ, ਬਟ ਆਈ ਥਿੰਕ देयर ਆਰ ਵਿਊਜ਼ ਟੂ ਦਾ ਕੰਟਰਰੀ ਆਲਸੋ। ਬਿਲਕੁਲ, ਬਟ ਸੰਵਿਧਾਨ ਤੁਹਾਨੂੰ ਰਾਈਟ ਦਿੰਦਾ ਹੈ ਦੋ ਮੇਜਰ ਬੰਦੇ ਲਿਵ ਇਨ ਦੇ ਵਿੱਚ ਰਹਿ ਸਕਦੇ। ਬਿਲਕੁਲ ਰਹਿ ਸਕਦੇ, ਬਿਲਕੁਲ ਰਹਿ ਸਕਦੇ। ਰਿਸਟ੍ਰਿਕਸ਼ਨ ਵੀ ਕਿਤੇ ਨਹੀਂ। ਅਗਰ ਕੋਈ ਤੁਹਾਨੂੰ ਜ਼ਿਆਦਾ ਕੋਈ ਤੰਗ ਸੀਨੀਅਰ ਰਿਪੂਟੇਸ਼ਨ ਤੁਸੀਂ ਹਾਈ ਕੋਰਟ ਫਾਈਲ ਕਰ ਸਕਦੇ ਹੋ ਫॉर ਪ੍ਰੋਟੈਕਸ਼ਨ, ਫॉर ਪ੍ਰੋਟੈਕਸ਼ਨ, ਓਨਲੀ ਫॉर ਪ੍ਰੋਟੈਕਸ਼ਨ। ਤਾਂ ਬਿਲਕੁਲ ਉਮੀਦ ਹੈ ਕਿ ਤੁਹਾਨੂੰ ਇਸ ਸਾਡੇ ਖਾਸ ਪ੍ਰੋਗਰਾਮ ਦੇ ਵਿੱਚ ਤਾਂ ਤੁਹਾਡੇ ਸਵਾਲ ਦਾ ਜਵਾਬ ਸਾਡੇ ਵਕੀਲਾਂ ਦੇ ਪੈਨਲ ਨੇ ਦਿੱਤਾ ਹੋਏਗਾ, ਔਰ ਤੁਹਾਨੂੰ ਸਾਡਾ ਇਹ ਸ਼ੋਅ ਕਿਵੇਂ ਦਾ ਲੱਗਣਾ ਇਹ ਵੀ ਸਾਨੂੰ ਜ਼ਰੂਰ ਦੱਸਣਾ। ਧੰਨਵਾਦ।